ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਰਾਖੋ ਦਾਸ ਪਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਖਸ਼ ਫਾਰੇ ਘਰ ਆਜ, ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ। ਸੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ। ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ। ਰਾਖੋ ਦਾਸ ਪਾਟ ਕੀ ਲਾਜ, ਨਾਹੰ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤੈਨ ਕੀ ਸਰਣਾ। ਜਿਨ ਤੂੰ ਨਾਹੀ ਵਿਸਰਿਆ, ਬਦ ਵਖਤ ਹਮ ਚੁਭ ਖੀਲ ਗਾਫਿਲ। ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ। ਤੇਰੇ ਚਾਕਰਾਂ ਪਾਖਾਕ, ਨਾਨਕ ਬਗੋਇਦ ਜਨ ਤੁਰਾ। ਤੇਰੇ ਚਾਕਰਾਂ ਪਾਖਾਕ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ਦੇ ਅੰਦਰ ਤੇਗ ਬਹਾਦਰ ਸਿਮਰਿਆ। ਘਰ ਨਾਉਨੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਡੁੱਬੜੇ ਬੇੜਿਆਂ ਨੂੰ ਪਾਰ ਲਾਉਣ ਵਾਲੇ, ਡੁੱਬਦੇ ਮਨਾਂ ਨੂੰ ਸੱਚਖੰਡ ਦੀਆਂ ਉਡਾਰੀਆਂ ਬਖਸ਼ਣ ਵਾਲੇ। ਹਿੰਦ ਦੀ ਚਾਦਰ ਗਰੀਬ ਨਵਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਦੂਰੋਂ ਨੇੜਿਓਂ ਚੱਲ ਕੇ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ, ਆਪ ਸੰਗਤਾਂ ਬਹੁਤ ਪਿਆਰ ਦੇ ਵਿੱਚ, ਬਹੁਤ ਆਨੰਦ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ, ਜਿਸ ਦਰਬਾਰ ਨੂੰ ਬਾਣੀ ਵਿੱਚ ਵਡਿਆਈ ਬਖਸ਼ੀ ਹੈ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਥਾਂ ਵੇਖੇ, ਪਰ ਐਸਾ ਥਾਂ ਕਿਤੇ ਨਹੀਂ ਵੇਖਿਆ। ਕਿਉਂ ਬੱਧਹੁ ਪੁਰਖ ਵਿਧਾਤੇ ਤਾ ਤੂੰ ਸੋਹਿਆ। ਉਹ ਵਿਧਾਤੇ ਵਿਧੀ ਦੇ ਰਚਨਹਾਰ, ਸ੍ਰਿਸ਼ਟੀ ਦੇ ਕਰਨਹਾਰ ਪਰਮੇਸ਼ਰ ਵਾਹਿਗੁਰੂ ਦੇ ਕਰ ਕਮਲਾਂ ਨਾਲ ਸੇਵਾ ਦੁਆਰਾ ਤਿਆਰ ਹੋਏ ਹਰੀ ਮੰਦਰ ਦੇ ਵਿੱਚ ਗੁਰੂ ਰਾਮਦਾਸ ਦਾ ਪੇਸ਼ਕਾਰਾ ਕੀਰਤਨੀਏ ਬਹੁਤ ਸਤਿਕਾਰਯੋਗ ਭਾਈ ਗੁਰਕੀਰਤ ਸਿੰਘ ਜੀ ਜਥੇ ਸਮੇਤ ਬੜਾ ਰਸ ਭਿੰਨਾ ਅੰਮ੍ਰਿਤਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਇਹਨਾਂ ਦੇ ਬਹੁਤ ਰੁਝੇਵੇਂ ਸਨ। ਅੱਜ ਇਹਨਾਂ ਨੇ ਮੋਗੇ ਦੇ ਇਲਾਕੇ ਵਿੱਚ ਕੀਰਤਨ ਕੀਤਾ ਹੈ। ਦਾਸ ਦੀ ਬੇਨਤੀ ਪ੍ਰਵਾਨ ਕਰਦੇ ਆ, ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਦੀ ਬੇਨਤੀ ਪ੍ਰਵਾਨ ਕਰਦੇ ਆ। ਇਹਨਾਂ ਆਪ ਸੰਗਤਾਂ ਦੇ ਦਰਸ਼ਨ ਕੀਤੇ, ਮੈਂ ਬਹੁਤ ਬਹੁਤ ਧੰਨਵਾਦ ਕਰਦਾ।
ਦਾਸ ਨੂੰ ਹੁਕਮ ਹੋਇਆ ਕੁਝ ਸਮਾਂ ਸੰਗਤਾਂ ਦੇ ਦਰਸ਼ਨ ਕਰਨ ਦਾ। ਭਾਵੇਂ ਪੰਥ ਦੇ ਮਹਾਨ ਵਿਦਵਾਨ ਸ਼ਖਸੀਅਤ, ਜੇ ਕਹਿ ਲਵਾਂ ਪੰਥ ਦੇ ਸ਼੍ਰੋਮਣੀ ਵਿਦਵਾਨ, ਪੰਥ ਦੇ ਵਿੱਚੋਂ ਜਿਨ੍ਹਾਂ ਨੂੰ ਬੜਾ ਸਤਿਕਾਰ ਮਾਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਸਾਹਿਬ ਦਾ ਖਿਤਾਬ ਪ੍ਰਾਪਤ ਹੈ, ਉਹਨਾਂ ਗਿਆਨੀ ਪਿੰਦਰਪਾਲ ਸਿੰਘ ਜੀ ਨੇ, ਭਾਈ ਸਾਹਿਬ ਜੀ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਆ। ਉਹਨਾਂ ਦੇ ਹੁੰਦੇ ਆ ਭਾਵੇਂ ਕੋਈ ਹੋਰ ਵਿਚਾਰ ਕਰਨੀ ਯੋਗ ਵੀ ਨਹੀਂ, ਪਰ ਆਪ ਸੰਗਤਾਂ ਦੇ ਪਿਆਰ ਵਿੱਚ ਦਾਸ ਨੂੰ ਹੁਕਮ ਹੋਇਆ ਕੁਝ ਸਮਾਂ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ। ਆਓ ਸਾਰੀ ਸੰਗਤ ਨੇ ਅਸੀਸ ਦੇਣੀ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਕੋ ਬੇਨਤੀ ਪ੍ਰਵਾਨ ਕਰਦੇ ਆ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸਮੁੱਚੇ ਪੰਥ ਨੂੰ ਸ਼ਹੀਦਾਂ ਦੀ 100 ਸਾਲਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਤਾਬਦੀ ਮਨਾਉਣ ਦਾ ਹੁਕਮ ਹੋਇਆ। ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ, ਹਰ ਥਾਂ ਹਰ ਇਲਾਕੇ ਵਿੱਚ ਸਮਾਗਮ ਕਰਵਾਏ ਜਾ ਰਹੇ ਆ। ਉੱਥੇ ਨਾਲ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ ਸਤਿਗੁਰੂ ਜੀ ਦੀ 400 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦੇ ਆ। ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉੱਥੇ ਹੀ ਸੰਗਤ ਜੀ ਸਾਰੇ ਸਿੱਖ ਆਪਣੇ ਆਪਣੇ ਅਕੀਦੇ ਅਨੁਸਾਰ ਜਥਾ ਸ਼ਕਤ ਸਾਰੇ ਇਹ ਸਮਾਗਮ ਕਰ ਰਹੇ ਆ। ਮੈਨੂੰ ਬੜੀ ਖੁਸ਼ੀ ਹੋਈ ਜਿਸ ਵੇਲੇ ਜਥੇਦਾਰ ਪਰਮਜੀਤ ਸਿੰਘ ਜੀ ਖਾਲਸਾ ਮੈਂਬਰ ਸਾਹਿਬ ਨੇ, ਇੱਥੋਂ ਦੇ ਮੈਨੇਜਰ ਸਰਦਾਰ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਇੱਥੇ ਹੰਡਿਆਏ ਵਿੱਚ ਸਮਾਗਮ ਉਲੀਕਿਆ ਜਾ ਰਿਹਾ ਹੈ। ਕਿਉਂਕਿ ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਇਹੋ ਜਿਹੇ ਸਮਾਗਮ ਦੇ ਰੂਪ ਦੇ ਵਿੱਚ ਬਹੁਤ ਥੋੜੇ ਸਮਾਗਮ ਆਪਣੇ ਇਲਾਕੇ ਨੂੰ ਪ੍ਰਾਪਤ ਹੋਏ ਆ। ਅੱਜ ਸਤਿਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਦੇ ਆਗਮਨ ਵਿੱਚ ਇਹ ਸਮਾਗਮ ਉਲੀਕਿਆ ਗਿਆ। ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ, ਇੰਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਪੁੱਜੀ ਹੋਈ ਆ। ਜਦੋਂ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ, ਭਾਈ ਸਾਹਿਬ ਹੁਣੇ ਹੀ ਸ਼ਬਦ ਪੜ੍ਹ ਰਹੇ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਲਾਹੌਰ ਦੇ ਵਿੱਚ ਤਸੀਹੇ ਦਿੱਤੇ ਜਾ ਰਹੇ ਨੇ, ਤਾਂ ਸਾਈਂ ਮੀਆਂ ਮੀਰ ਜੀ ਨੇ ਆ ਕੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਮੈਂ ਕਿਸੇ ਸਮੇਂ ਤੁਹਾਡੇ ਕੋਲ ਬੇਨਤੀ ਕਰਕੇ ਪੁੱਛਿਆ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਬਚਨ ਕਹਿਣ ਮਾਤਰ ਹੈ ਕਿ ਐਸਾ ਹੁੰਦਾ ਵੀ ਹੈ। ਤੁਸਾਂ ਉਸ ਵੇਲੇ ਕਿਹਾ ਸੀ ਸਾਈਂ ਜੀ ਕੁਝ ਸਵਾਲਾਂ ਦੇ ਜਵਾਬ ਮੌਕੇ ਤੇ ਦਿੱਤੇ ਜਾਂਦੇ ਆ, ਕੁਝ ਸਵਾਲਾਂ ਦੇ ਜਵਾਬ ਕਰਕੇ ਵਿਖਾਏ ਜਾਂਦੇ ਆ। ਇਹ ਜਿਹੜਾ ਤੁਸੀਂ ਪ੍ਰਸ਼ਨ ਪੁੱਛਿਆ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਇਹ ਕੁਝ ਮੈਂ ਕਰਾਂਗਾ ਤੇ ਕੁਝ ਮੇਰੇ ਪਰਿਵਾਰ ਦੇ ਵਿੱਚੋਂ ਤੇ ਕੁਝ ਮੇਰੇ ਸਿੱਖਾਂ ਨੇ ਤੁਹਾਨੂੰ ਕਰਕੇ ਵਿਖਾਉਣਾ ਹੈ। ਅੱਜ ਮਹਾਰਾਜ ਮੈਂ ਅੱਖੀਂ ਵੇਖ ਰਿਹਾ, ਸਾਈਂ ਜੀ ਕਹਿਣ ਲੱਗੇ ਸਤਿਗੁਰੂ ਤੁਸੀਂ ਤੱਤੀ ਤਵੀ ਤੇ ਬੈਠੇ ਹੋ, ਤੱਤੀ ਰੇਤ ਸੀਸ ਦੇ ਵਿੱਚ ਪਵਾ ਰਹੇ ਹੋ, ਵਿੱਚ ਅਗਨੀ ਆਪ ਜਲਾਈ ਦੇ ਇਹ ਬੋਲ ਤੁਸੀਂ ਆਪ ਪੂਰੇ ਕਰਕੇ ਜਾ ਰਹੇ ਹੋ। ਸਮਾਂ ਆਇਆ, ਸ਼ਹਾਦਤਾਂ ਦੇ ਦੌਰ ਚੱਲੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ
ਸਾਹਿਬਜ਼ਾਦਿਆਂ ਦੀ, ਧੰਨ ਮਾਂ ਜੀ ਦੀ ਸ਼ਹਾਦਤ, ਉੱਥੇ ਹੀ ਸ਼ਹਾਦਤਾਂ ਨਹੀਂ ਰੁਕੀਆਂ, ਬੇਅੰਤ ਗੁਰਸਿੱਖਾਂ ਦੀਆਂ ਸ਼ਹਾਦਤਾਂ ਹੁੰਦੀਆਂ। ਤੇ ਜਿਸ ਸਮੇਂ ਵੱਲ ਆਪਾਂ ਇਸ਼ਾਰਾ ਕਰ ਰਹੇ ਹਾਂ, ਨਨਕਾਣਾ ਸਾਹਿਬ ਦਾ ਉਹ ਮਹਾਨ ਪਵਿੱਤਰ ਸਥਾਨ, ਜਿੱਥੇ ਆਪ ਨਿਰੰਕਾਰ, ਆਪ ਅਕਾਲ, ਧੰਨ ਗੁਰੂ ਨਾਨਕ ਨੇ ਪ੍ਰਕਾਸ਼ ਧਾਰਿਆ, ਉਹ ਅਸਥਾਨ ਤੇ ਗੁਰਸੰਗਤ ਜੀ ਸੇਵਾ ਸੰਭਾਲ ਕਰਨ ਵਾਲੇ ਜਿਹੜੇ ਮਹੰਤ ਸੀ, ਉਹ ਮਹੰਤਾਂ ਦੇ ਜੀਵਨਾਂ ਦੇ ਵਿੱਚ, ਆਚਰਣ ਦੇ ਵਿੱਚ ਗਿਰਾਵਟ ਆਉਂਦੀ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਹੰਤ ਨਰਾਇਣ ਦਾਸ ਤੋਂ ਪਹਿਲਾਂ ਮਹੰਤ ਕਿਸ਼ਨ ਦਾਸ ਸੀ। ਉਹ ਮਹੰਤ ਕਿਸ਼ਨ ਦਾਸ ਬੜਾ ਆਚਰਣ ਤੋਂ ਗਿਰਿਆ ਹੋਇਆ, ਅਖਲਾਕ ਤੋਂ ਗਿਰਿਆ ਹੋਇਆ, ਸ਼ਰਾਬਾਂ ਪੀਣ ਵਾਲਾ, ਬੜਾ ਦੁਖੀ ਹੋ ਕੇ ਮਰਿਆ ਅੰਤ ਨੂੰ। ਅਖੀਰ ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਕੀੜੇ ਚੱਲੇ ਉਹਦੇ ਸਰੀਰ ਦੇ ਵਿੱਚ। ਧਿਆਨ ਦਿਓ ਸੰਗਤ ਜੀ, ਜਿਸ ਵੇਲੇ ਉਹ ਮਹੰਤ ਕਿਸ਼ਨ ਦਾਸ ਮਰਿਆ ਤਾਂ ਉਥੋਂ ਦੇ ਮੁਖੀ ਸਿੱਖਾਂ ਨੇ ਮਹੰਤ ਨਰਾਇਣੂ ਜੀ ਨੂੰ, ਆਪਾਂ ਕਹਿ ਦਿੰਦੇ ਆ ਨਰਾਇਣ ਦਾਸ ਨੂੰ, ਉਹ ਸੇਵਾ ਸੰਭਾਲ ਸੌਂਪੀ ਤੇ ਉਹ ਤੋਂ ਬਚਨ ਲਿਆ ਕਿ ਐਸੀਆਂ ਗਿਰਾਵਟਾਂ ਜੀਵਨ ਵਿੱਚ ਨਹੀਂ ਆਉਣ ਦੇਵੇਗਾ। ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ, ਪਰ ਉਹਦੇ ਮਨ ਦੇ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਭਾਵੇਂ ਮੁੱਖੋਂ ਕਹਿ ਦਿੱਤਾ ਕਿ ਮੈਂ ਸੇਵਾ ਸੰਭਾਲ ਭਾਵਨਾ ਨਾਲ ਕਰਾਂਗਾ। ਜਦੋਂ ਨਰਾਇਣ ਦਾਸ ਨੇ ਸੇਵਾ ਸੰਭਾਲੀ ਤਾਂ ਉਸਨੇ ਵੀ ਵੱਡੇ ਮਹੰਤਾਂ ਦੇ ਅਨੁਸਾਰ ਕੁਝ ਗੁੰਡੇ ਆਪਣੇ ਨਾਲ ਰੱਖਣੇ ਸ਼ੁਰੂ ਕਰ ਦਿੱਤੇ। ਇਤਿਹਾਸ ਵਿੱਚ ਜ਼ਿਕਰ ਆਉਂਦਾ 28 ਪਠਾਣਾਂ ਨੂੰ ਉਹਨੇ ਨਾਲ ਆਪਣੇ ਰੱਖਣਾ ਸ਼ੁਰੂ ਕਰ ਦਿੱਤਾ। ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹੜੀਆਂ ਸੰਗਤਾਂ ਉੱਥੇ ਦਰਸ਼ਨਾਂ ਨੂੰ ਆਉਂਦੀਆਂ, ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ। ਧਿਆਨ ਦੇਣਾ ਸੰਗਤ ਜੀ, ਇੱਕ ਰਿਟਾਇਰਡ ਜੱਜ ਪਰਿਵਾਰ ਸਮੇਤ ਜਿਹਨੇ ਅਰਦਾਸ ਕੀਤੀ ਹੋਈ ਸੀ ਕਿ ਸਤਿਗੁਰੂ ਮੈਂ ਰਿਟਾਇਰਡ ਹੋ ਕੇ ਤੁਹਾਡੇ ਅਸਥਾਨ ਦੇ ਦਰਸ਼ਨ ਕਰਨੇ ਆਵਾਂਗਾ, ਉਹ ਪਰਿਵਾਰ ਸਮੇਤ, ਬੱਚਿਆਂ ਸਮੇਤ ਆਉਂਦਾ ਹੈ। ਉਹਦੀ ਛੋਟੀ ਜਿਹੀ ਉਮਰ ਦੀ ਬੱਚੀ ਨਾਲ ਆਉਂਦੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਉਹਨਾਂ ਨੂੰ ਰਿਹਾਇਸ਼ ਦਿੱਤੀ ਗਈ, ਕਮਰੇ ਦੇ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਸੀ। ਉਹ ਜੱਜ ਨੇ ਉਥੋਂ ਸੇਵਾਦਾਰ ਨੂੰ ਕਿਹਾ ਕਿ ਸਾਨੂੰ ਕੋਈ ਦੀਵਾ ਦੇ ਦਿਓ, ਤੇਲ ਦੇ ਦਿਓ, ਅਸੀਂ ਕਮਰੇ ਵਿੱਚ ਰੌਸ਼ਨੀ ਕਰ ਲਈਏ। ਤਾਂ ਉਸ ਦੇ ਗੁੰਡਿਆਂ ਨੇ, ਜਿਹੜੇ ਸੇਵਾਦਾਰ ਬਣੇ ਹੋਏ ਸੀ, ਕਹਿਣ ਲੱਗਿਆ ਬੱਚੇ ਨੂੰ ਸਾਡੇ ਨਾਲ ਭੇਜ ਦਿਓ, ਉਹਨੂੰ ਅਸੀਂ ਦੀਵੇ ਵਿੱਚ ਤੇਲ ਪਾ ਕੇ ਦੇ ਦਿੰਨੇ ਆ। ਬੱਚੇ ਨੂੰ ਆਪਣੇ ਨਾਲ ਲੈ ਗਏ ਆ। ਸਿੱਖ ਇਤਿਹਾਸ ਤੋਂ ਤੁਸੀਂ ਜਾਣੂ ਹੋ ਕਿਵੇਂ ਉਹ ਬੱਚੀ ਦੇ ਨਾਲ ਬਲਾਤਕਾਰ ਕੀਤੇ, ਬੱਚੀ ਦੀ ਇੱਜ਼ਤ ਲੁੱਟੀ ਗਈ। ਉਹ ਜੱਜ ਬੜਾ ਰੋਇਆ, ਸਵੇਰ ਤੱਕ ਉਹ ਸਰੋਵਰ ਦੇ ਕੰਢੇ ਰੋਂਦਾ ਰਿਹਾ, ਪਰ ਉਸ ਜੱਜ ਦੀ ਕਿਸੇ ਪੁਕਾਰ ਨਾ ਸੁਣੀ, ਕਿਸੇ ਨੇ ਉਹਨੂੰ ਬੱਚੀ ਵਾਪਸ ਨਾ ਦਿੱਤੀ। ਉਹ ਜੱਜ ਨੇ ਪੰਥ ਦੇ ਕੋਲ ਆ ਕੇ ਦੁਹਾਈ ਪਾਈ। ਇਹਨਾਂ ਦਿਨਾਂ ਦੇ ਵਿੱਚ ਕੁਝ ਹੋਰ ਬੀਬੀਆਂ ਤਰਨ ਤਾਰਨ ਦੇ ਇਲਾਕੇ ਦੀਆਂ ਆਈਆਂ, ਉਹਨਾਂ ਦੇ ਨਾਲ ਵੀ ਬਦਖੋਈ ਕੀਤੀ ਗਈ। ਜਦੋਂ ਇਹੋ ਜਿਹਾ ਕੁਝ ਅਸਥਾਨ ਤੇ ਹੋਣ ਲੱਗਿਆ, ਸ਼ਰਾਬਾਂ ਪੀਤੀਆਂ ਜਾਂਦੀਆਂ। ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਵੀ ਇੱਕ ਮਰਾਸਣ ਦੇ ਨਾਲ ਨਰਾਇਣ ਦਾਸ ਨੇ ਸ਼ਾਦੀ ਕੀਤੀ ਹੋਈ ਸੀ। ਇੱਕ ਮਰਾਸਣ ਕਹਿੰਦੇ ਉੱਥੇ ਰੱਖੀ ਹੋਈ, ਇੱਕ ਮੁਸਲਮਾਨੀ ਔਰਤ ਲਾਹੌਰ ਦੇ ਵਿੱਚ ਇਸਨੇ ਰੱਖੀ ਹੋਈ। ਬੜਾ ਆਚਰਣ ਤੋਂ, ਇਖਲਾਕ ਤੋਂ ਗਿਰਿਆ ਹੋਇਆ। ਸਾਰੇ ਪੰਥ ਦੇ ਵਿੱਚ ਵਿਚਾਰਾਂ ਹੋਣ ਲੱਗੀਆਂ ਵੀ ਇਹ ਨਰਾਇਣ ਦਾਸ ਮਹੰਤ ਤੋਂ ਇਹ ਅਸਥਾਨ ਦੀ ਸੇਵਾ ਵਾਪਸ ਲਈ ਜਾਵੇ। ਇਧਰ ਨਰਾਇਣ ਦਾਸ ਨੂੰ ਵੀ ਖਬਰਾਂ ਮਿਲ ਰਹੀਆਂ ਸੀ ਕਿ ਪੰਥ ਦੀਆਂ ਸਫਾਂ ਦੇ ਵਿੱਚ ਮੇਰੇ ਵਿਰੋਧਤਾ ਹੋ ਰਹੀ ਹੈ। ਮੈਂ ਸੰਖੇਪ ਜੀ ਵਿਚਾਰ ਕਰਨੀ ਹੈ, ਕਿਉਂਕਿ ਗਿਆਨੀ ਜੀ ਨੇ ਆਪ ਸੰਗਤਾਂ ਨੂੰ ਇਤਿਹਾਸ ਸਾਰਾ ਸੁਣਾਉਣਾ ਹੈ। ਇਧਰ ਕਰਤਾਰ ਸਿੰਘ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਜੈਸੇ ਗੁਰਸਿੱਖ ਸੰਗਤਾਂ ਦੇ ਨਾਲ ਮਿਲ ਕੇ ਵਿਚਾਰਾਂ ਕਰਦੇ ਆ। ਭਾਈ ਲਛਮਣ ਸਿੰਘ ਧਾਰੋਵਾਲੀ ਨੇ ਅਖੀਰ ਜਥਾ ਲਿਜਾਣ ਦਾ ਫੈਸਲਾ ਕੀਤਾ ਤੇ ਨਾਲ ਭਾਈ ਕਰਤਾਰ ਸਿੰਘ ਜੀ ਨੇ ਝੱਬਰ ਨੇ ਵੀ ਫੈਸਲਾ ਕੀਤਾ।
ਅਖੀਰ ਸੰਖੇਪ ਵਿੱਚ ਬੇਨਤੀ ਕਰਾਂ, ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਰਾਤ ਨੂੰ ਚੱਲ ਕੇ ਸਵੇਰੇ 6 ਵਜੇ ਤੱਕ ਨਨਕਾਣਾ ਸਾਹਿਬ ਪੁੱਜਦਾ ਹੈ। ਭਾਵੇਂ ਪੰਥ ਦੇ ਨੁਮਾਇੰਦੇ ਗੁਰਸਿੱਖਾਂ ਨੇ ਇਹ ਫੈਸਲਾ ਕਰ ਲਿਆ ਸੀ ਜਿੰਨਾ ਚਿਰ ਮੁੱਖ ਸਮਾਗਮ ਕਰਕੇ ਉਸ ਤੋਂ ਬਾਅਦ ਜਥਾ ਇਕੱਠਾ ਤੋਰਿਆ ਜਾਵੇਗਾ, ਜਥਾ ਰੋਕਣ ਦਾ ਵੀ ਯਤਨ ਕੀਤਾ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਕਹਿ ਦਿੱਤਾ ਕਿ ਮੈਂ ਅਰਦਾਸ ਕਰਕੇ ਜਥਾ ਲੈ ਚੱਲੇ ਹਾਂ। ਜਿਸ ਵੇਲੇ ਜਥਾ ਗਿਆ, ਭਾਈ ਲਛਮਣ ਸਿੰਘ ਜੀ ਤਾਬਿਆ ਬੈਠੇ ਸਤਿਗੁਰੂ ਦੇ। ਤੁਸੀਂ ਸਾਰਿਆਂ ਇਤਿਹਾਸ ਸੁਣੇ ਹੀ ਆ ਕਿਵੇਂ ਸਿੰਘਾਂ ਨੂੰ ਸ਼ਹੀਦ ਕਰਨ ਲਈ ਜਿਹੜੇ ਪਠਾਨ ਬੁਲਾਏ ਹੋਏ ਸੀ, ਗੁੰਡੇ ਬੁਲਾਏ ਸੀ, ਉਹਨਾਂ ਨੇ ਕਿਵੇਂ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਤਲਵਾਰਾਂ ਨਾਲ, ਡਕੂਆਂ ਨਾਲ, ਬਰਸੀਆਂ ਦੇ ਨਾਲ ਵਾਰ ਕੀਤੇ ਸਿੰਘਾਂ ਤੇ। ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਭਾਈ ਲਛਮਣ ਸਿੰਘ ਤੇ ਗੋਲੀ ਚਲਾਈ ਹੈ। ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਲੱਗੀ ਹੈ। ਗੋਲੀ ਸਤਿਗੁਰੂ ਮਹਾਰਾਜ ਦੇ ਸਰੂਪ ਵਿੱਚ ਜਿਹੜੀ ਲੱਗੀ ਹੈ ਉਹ ਸੁਖਮਣੀ ਸਾਹਿਬ ਤੱਕ ਗਈ ਹੈ। ਅੱਜ ਵੀ ਉਹ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦ ਹੈ, ਉਹਦੀ ਸੇਵਾ ਸੰਭਾਲ ਚੱਲ ਰਹੀ ਹੈ। ਭਾਈ ਲਛਮਣ ਸਿੰਘ ਜੀ ਦੇ ਗੋਲੀ ਲੱਗਦੀ ਹੈ, ਨਾਲ ਕੁਝ ਹੋਰ ਸਿੰਘ ਨੇ ਜਿਹੜੇ ਸੰਗਤ ਵਿੱਚ ਬੈਠੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ, ਕਿਉਂਕਿ ਸਿੰਘਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਸਤਿਗੁਰੂ ਦੇ ਸਥਾਨ ਤੇ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹ ਆਪਣਾ ਖੂਨ ਡੋਲ ਕੇ ਸ਼ਾਂਤਮਈ ਤਰੀਕੇ ਨਾਲ ਸ਼ਹੀਦੀਆਂ ਪਾ ਕੇ ਅਸੀਂ ਅਸਥਾਨ ਨੂੰ ਪਵਿੱਤਰ ਕਰਾਂਗੇ। ਜਦੋਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਬੜਾ ਲੰਮਾ ਸਮਾਂ ਇਹ ਚੱਲਦਾ ਰਿਹਾ ਸਭ ਕੁਝ। ਅਖੀਰ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ, ਇੱਕ ਬੱਚਾ ਆਪਣੇ ਦਾਦੇ ਦੇ ਨਾਲ ਗੁਰਸੰਗਤ ਜੀ ਇੱਥੇ ਨਾਲ ਜਥੇ ਵਿੱਚ ਆਇਆ ਸੀ। ਉਹ ਬੱਚੇ ਨੂੰ ਦਾਦੇ ਨੇ ਵੇਖਿਆ ਕਿ ਜਦੋਂ ਸਾਰਿਆਂ ਤੇ ਗੋਲੀਆਂ ਚੱਲ ਰਹੀਆਂ, ਕਿਰਪਾਨਾਂ ਦੇ ਵਾਰ ਹੋ ਰਹੇ ਆ, ਵੀ ਇਹ ਬੱਚੇ ਨੂੰ ਮੈਂ ਅਲਮਾਰੀ ਦੇ ਵਿੱਚ ਬੰਦ ਕਰ ਦੇਵਾਂ, ਜਿਉਂਦਾ ਰਹਿ ਜਾਵੇਗਾ। ਉਹ ਬੱਚਾ ਕਹਿੰਦੇ ਅਲਮਾਰੀ ਦੇ ਵਿੱਚ, ਉਹਦੇ ਦਾਦੇ ਨੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲਮਾਰੀ ਕਹਿੰਦੇ ਉਹਦੇ ਵਿੱਚ ਬੰਦ ਕਰ ਦਿੱਤਾ। ਜਦੋਂ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਚੁੱਕਿਆ, ਉਹ ਬੱਚੇ ਨੇ ਵੇਖਿਆ ਵੀ ਚਾਰੇ ਪਾਸੇ ਚੁੱਪ ਛਾਈ ਹੋਈ ਹੈ। ਕਹਿੰਦੇ ਅਲਮਾਰੀ ਦੇ ਵਿੱਚੋਂ ਉਹਨੇ ਆਵਾਜ਼ ਦਿੱਤੀ, ਦਾਦਾ ਮੈਂ ਵੀ ਤੇਰੇ ਨਾਲ ਸ਼ਹੀਦ ਹੋਣਾ ਹੈ। ਨਰੈਣੂ ਦੇ ਜਿਹੜੇ ਗੁੰਡੇ ਆ ਕਹਿਣ ਲੱਗੇ ਆਹ ਕੀ ਬਲਾ ਹੈ, ਕਿੱਥੋਂ ਆਵਾਜ਼ ਆ ਰਹੀ ਹੈ। ਨਰੈਣੂ ਮਹੰਤ ਦਾ ਇੱਕ ਗੁੰਡਾ ਕਹਿਣ ਲੱਗਿਆ ਅਸੀਂ ਤਾਂ ਲਛਮਣ ਸਿੰਘ ਵਰਗੀਆਂ ਬਲਾਵਾਂ ਨੂੰ ਪਾਰ ਬੁਲਾ ਦਿੱਤਾ ਹੈ, ਇਹ ਤਾਂ ਕਿਹੜੀ ਗੱਲ ਆ, ਵੇਖੋ ਅਲਮਾਰੀ ਦੇ ਵਿੱਚ ਕੁਝ ਹੋਣਾ ਹੈ। ਜਦੋਂ ਅਲਮਾਰੀ ਖੋਲੀ ਹੈ, ਉਹ ਛੋਟੀ ਉਮਰ ਦਾ ਬਾਲਕ, ਉਹਨੂੰ ਕੱਢ ਕੇ ਬਾਹਰ ਗੁਰਸੰਗਤ ਜੀ ਵਿਚਾਲਿਓਂ ਪੇਟ ਪਾੜ ਕੇ ਉਹਨੂੰ ਸ਼ਹੀਦ ਕੀਤਾ ਗਿਆ। ਤੇ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਅੱਧ ਮੋਏ ਹੋਏ ਨੂੰ ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਗੁਰਸੰਗਤ ਜੀ ਜਿਉਂਦੇ ਨੂੰ ਸਾੜ ਕੇ ਸ਼ਹੀਦ ਕੀਤਾ ਗਿਆ। ਬੇਅੰਤ ਸਿੰਘਾਂ ਨੂੰ ਭੱਠੀਆਂ ਦੇ ਵਿੱਚ ਤੇਲ ਪਾ ਕੇ ਜਿਉਂਦਿਆਂ ਨੂੰ ਸਾੜਿਆ ਗਿਆ। ਅਖੀਰ ਜਦੋਂ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ, ਪੰਥ ਦੇ ਵਿੱਚ ਖਬਰ ਫੈਲੀ ਹੈ, ਸਾਰੇ ਪੰਥ ਦੇ ਵਿੱਚ ਬੜਾ ਰੋਹ ਜਾਗਿਆ। ਸੰਗਤਾਂ ਨਨਕਾਣਾ ਸਾਹਿਬ ਵੱਲ ਵਾਹੋ ਦਾਹੀ ਚੱਲੀਆਂ ਨੇ। 22 ਤਰੀਕ ਨੂੰ ਸੰਗਤਾਂ ਜਦੋਂ ਪੁੱਜੀਆਂ, ਮੈਂ ਸੰਖੇਪ ਚ ਬੇਨਤੀ ਕਰਾਂ, 23 ਤਰੀਕ ਨੂੰ ਸਿੰਘਾਂ ਦੇ ਸੰਸਕਾਰ ਹੋਣ ਲੱਗੇ। ਚਿਖਾ ਸਜਾਈ ਹੈ ਸਾਂਝੀ। ਇਤਿਹਾਸ ਕਹਿੰਦਾ 117 ਖੋਪਰੀਆਂ ਅੰਦਰੋਂ ਮਿਲੀਆਂ ਨੇ। ਜਿਸ ਵੇਲੇ ਸੰਗਤ ਆਈ ਹੈ, ਜਿਹੜਾ ਚਵੱਚਾ ਸੀ ਜਿਹਦੇ ਵਿੱਚ ਆਪਾਂ ਪੈਰ ਧੋਣੇ ਆ, ਉਹ ਪੈਰ ਧੋਣ ਵਾਲੀ ਜਗ੍ਹਾ ਦੇ ਵਿੱਚ ਪਾਣੀ ਦੀ ਜਗ੍ਹਾ ਖੂਨ ਨਾਲ ਭਰ ਕੇ ਉੱਪਰੋਂ ਦੀ ਵਗ ਰਿਹਾ ਹੈ। 117 ਖੋਪਰੀਆਂ ਅੰਦਰੋਂ ਮਿਲੀਆਂ ਨੇ ਤੇ 9 ਖੋਪਰੀਆਂ ਗੁਰਸੰਗਤ ਜੀ ਬਾਹਰ ਭੱਠੇ ਤੋਂ ਮਿਲੀਆਂ ਨੇ। 126 ਖੋਪਰੀਆਂ ਹੋਈਆਂ, 4 ਅੱਧ ਸੜੀਆਂ ਲਾਸ਼ਾਂ ਸਨ। 3 ਟੋਕਰੇ ਮਾਸ ਦੇ ਟੁਕੜਿਆਂ ਦੇ ਮਿਲੇ।
10 ਟੋਕਰੇ ਸਿੰਘਾਂ ਦੀਆਂ ਹੱਡੀਆਂ ਦੇ ਮਿਲੇ ਆ। ਜਿਸ ਵੇਲੇ ਸਾਰੇ ਪੰਥ ਨੂੰ ਗੁਰਸੰਗਤ ਜੀ ਉਸ ਵੇਲੇ ਵੇਖਿਆ ਸਾਰੇ ਪੰਥ ਨੇ ਕਿ ਅੱਜ ਉਹ ਬਚਨ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ, ਉਹ ਸਿੰਘਾਂ ਨੇ ਪੂਰਾ ਕਰਕੇ ਵਿਖਾ ਦਿੱਤਾ ਹੈ। ਤਾਂ ਉੱਥੇ ਡਾਕਟਰ ਜੋਧ ਸਿੰਘ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਕਹਿਣ ਲੱਗੇ ਜਿਹੜੇ ਕਹਿੰਦੇ ਆ ਵੀ ਅਰਦਾਸ ਦੇ ਵਿੱਚ ਬਚਨ ਆਉਂਦਾ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਜਿਨ੍ਹਾਂ ਨੂੰ ਕਹਿੰਦੇ ਯਾਦ ਕਰਦੇ ਹੋ ਵੀ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਹਿੰਦੇ ਅੱਜ ਵੇਖ ਲਓ ਜਿਹੜੇ ਕਹਿੰਦੇ ਆ ਵੀ ਅਰਦਾਸ 'ਚ ਬੋਲ ਸ਼ਾਮਲ ਕੀਤੇ ਆ ਵੀ ਹੋ ਨਹੀਂ ਸਕਦਾ, ਅੱਜ ਵੇਖ ਲਓ ਬੋਲ ਅੱਜ ਪੂਰੇ ਕਰ ਦਿੱਤੇ ਆ। ਅੱਜ ਕਿਤੋਂ ਮਾਸ ਦੇ ਟੁਕੜੇ ਮਿਲ ਰਹੇ ਆ, ਕਿਤੋਂ ਕਿਸੇ ਸਿੱਖ ਦਾ ਹੱਥ ਮਿਲ ਰਿਹਾ, ਕਿਤੋਂ ਲੱਤਾਂ ਮਿਲ ਰਹੀਆਂ, ਕਿਤੋਂ ਖੋਪਰੀਆਂ ਮਿਲ ਰਹੀਆਂ, ਪੂਰੀ ਲਾਸ਼ ਕਿਸੇ ਦੀ ਸਾਬਤ ਨਹੀਂ ਮਿਲੀ। ਜੇ ਲਾਸ਼ਾਂ ਮਿਲੀਆਂ ਤਾਂ ਉਹ ਅੱਧ ਸੜੀਆਂ ਹੋਈਆਂ ਨੇ, ਅੱਧ ਟੁੱਕੀਆਂ ਹੋਈਆਂ ਨੇ। ਕਹਿੰਦੇ ਉਹ ਬੱਚੇ ਦੀ ਜਿਹਨੂੰ ਅਲਮਾਰੀ ਦੇ ਵਿੱਚੋਂ ਕੱਢ ਕੇ ਸ਼ਹੀਦ ਕੀਤਾ ਗਿਆ ਸੀ, ਉਹਦੀ ਦਾਦੀ ਆਉਂਦੀ ਹੈ, ਉਹ ਸਿੰਘਾਂ ਨੂੰ ਕਹਿੰਦੀ ਹੈ, ਸਿੰਘੋ ਇੱਥੇ ਮੇਰਾ ਪੋਤਾ ਆਪਣੇ ਦਾਦੇ ਦੇ ਨਾਲ ਆਇਆ ਸੀ, ਕਿਤੇ ਉਹਦੀ ਤੁਸੀਂ ਲਾਸ਼ ਵੇਖੀ ਹੋਵੇ। ਉੱਥੇ ਸਿੰਘ ਕਹਿਣ ਲੱਗੇ, ਮਾਂ ਤੇਰੇ ਪੋਤੇ ਨੂੰ ਇਹਨਾਂ ਜ਼ਾਲਮਾਂ ਨੇ ਪੇਟ ਤੋਂ ਚਾਕ ਕਰਕੇ, ਪੇਟ ਤੋਂ ਪਾੜ ਕੇ ਸ਼ਹੀਦ ਕਰਕੇ ਉਹਨੂੰ ਬਲਦੀ ਭੱਠ ਦੇ ਵਿੱਚ ਜਿਉਂਦਿਆਂ ਸਾੜ ਦਿੱਤਾ, ਉਹ ਵੀ ਸ਼ਹੀਦ ਹੋ ਗਏ। ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਆਪਾਂ ਯਾਦ ਕਰਦਿਆਂ ਹੋਇਆਂ ਇਹ ਦਿਨ ਮਨਾ ਰਹੇ ਹਾਂ। ਉਹਨਾਂ ਸ਼ਹੀਦਾਂ ਦੀ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਮੁੱਚੇ ਪੰਥ ਨੂੰ ਹੁਕਮ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹ ਆਪਣੇ ਆਪਣੇ ਹਲਕਿਆਂ ਵਿੱਚ 5-5 ਸਮਾਗਮ ਕਰਨ। ਉਹ ਸ਼ਤਾਬਦੀ ਵਿਸ਼ੇਸ਼ ਤੌਰ ਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਈ ਗਈ, ਉਹ ਸ਼ਤਾਬਦੀ ਮਨਾਉਣ ਦੇ ਲਈ ਨਨਕਾਣਾ ਸਾਹਿਬ ਵੀ ਸਿੰਘਾਂ ਨੇ ਜਥਿਆਂ ਨੇ ਜਾਣਾ ਸੀ। ਗਿਆਨੀ ਜੀ ਪਹੁੰਚ ਚੁੱਕੇ ਆ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਇਹਨਾਂ ਨੇ ਵੀ ਮੈਨੂੰ ਪਤਾ ਲੱਗਿਆ ਵੀ ਪਰਿਵਾਰ ਸਮੇਤ ਜਾਣਾ ਸੀ। ਹੋਰ ਵੀ ਬਹੁਤ ਪਤਵੰਤਿਆਂ ਨੇ ਸਿੰਘ ਸਾਹਿਬਾਨ ਨੇ ਉਸ ਜਥੇ ਵਿੱਚ ਜਾਣਾ ਸੀ, ਪਰ ਸਮੇਂ ਦੀ ਸਰਕਾਰ ਐਨ ਮੌਕੇ ਤੇ ਆ ਕੇ ਜਥਿਆਂ ਨੂੰ ਵੀਜ਼ੇ ਵੀ ਮਿਲ ਚੁੱਕੇ, ਕੋਈ ਰੁਕਾਵਟ ਨਹੀਂ, ਪਰ ਮੌਕੇ ਤੇ ਆ ਕੇ ਗੁਰਸੰਗਤ ਜੀ ਇੱਕ ਚਿੱਠੀ ਭੇਜ ਕੇ ਈਮੇਲ ਕਰਕੇ ਕਹਿ ਦਿੱਤਾ ਵੀ ਜਥੇ ਜਾ ਨਹੀਂ ਸਕਦੇ। ਵੇਖੋ ਅੱਜ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ, ਅਸੀਂ ਆਪਣੇ ਸ਼ਹੀਦਾਂ ਦੀਆਂ ਸ਼ਤਾਬਦੀਆਂ ਵੀ ਨਹੀਂ ਮਨਾ ਸਕਦੇ। ਉਹ ਬੇਗਾਨੀ ਸਰਕਾਰ, ਦੂਸਰੇ ਦੇਸ਼ ਦੀ ਸਰਕਾਰ ਜਿਸ ਨੇ ਸਾਰੇ ਜਥੇ ਨੂੰ ਵੀਜ਼ੇ ਦੇ ਦਿੱਤੇ, ਜਿਨ੍ਹਾਂ ਦੇ ਰਹਿ ਗਏ ਸੀ ਉਹਨਾਂ ਨੂੰ ਵੀ ਮਿਲ ਗਏ ਸੀ, ਜਥਾ ਜਾਣ ਲਈ ਤਿਆਰ ਹੈ, ਉਧਰੋਂ ਸਵਾਗਤ ਲਈ ਵੀ ਸੰਗਤਾਂ ਖੜੀਆਂ, ਐਨ ਮੌਕੇ ਤੇ ਜ਼ਾਲਮ ਸਰਕਾਰ ਨੇ ਜਵਾਬ ਦੇ ਦਿੱਤਾ। ਅੱਜ ਦੇ ਸਮੇਂ ਸਾਨੂੰ ਚੇਤੇ ਆਉਂਦਾ ਹੈ ਉਹ ਮੁਗਲ ਸਰਕਾਰਾਂ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ, ਜਿਨ੍ਹਾਂ ਦੇ ਬਾਬਤ एक विद्वान का कथन है, अगर तेरी जोत दुनिया में आई ना होती, जुल्म व जबर की सफाई ना होती, हर तरफ झंडा झूल जाता इस्लाम का, हर जुबां पे कलमा होता इल्हाम का। अगर गुरु ने बाणी गाई ना होती तो वेदों की कानों में सुनाई ना होती। ऐ गुरु तेग बहादुर साहब महाराज, जे तुसी संसार विच ना आउंदे, जग हिंद धर्म कहाँ रह तो अर तग तिलक न देखण पाते। ऐ गुरु तेग बहादुर साहब महाराज, जे तुसी धरती ते ना प्रगट हुंदे, इत्थे हिंदुस्तान दे विच कल्ला हिंद धर्म के मुगलों तो बिना, मुस्लिम धर्म तो बिना होर कोई विखाई नहीं सी देना। इत्थे तीर्थ स्थान ना कोई तीर्थ दिसना सी,
ना कोई देव स्थान, ना कोई निग आगम भी सभी उठ जाते। इथे ना कोई वेद पुराण कुरान कुछ भी नहीं सी दिसना, केवल कुराना ही पढ़िया जानिया सी। की होना की सी इथे रोजे बाग नवाज मसीत जही सब ही जग छाते। गुरु तेग बहादुर हिंदा चादर कादर जाओ ना तरा प्रगटाते। ਐ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਜੇ ਤੁਸੀਂ ਇੱਥੇ ਸੰਸਾਰ 'ਚ ਨਾ ਪ੍ਰਗਟ ਹੁੰਦੇ ਤਾਂ ਇੱਥੇ ਕੇਵਲ ਰੋਜੇ ਰੱਖੇ ਜਾਣੇ ਸੀ। ਇੱਥੇ ਕਿਸੇ ਨੇ ਵਰਤ ਨਹੀਂ ਸੀ ਰੱਖ ਸਕਣਾ, ਇੱਥੇ ਕਿਸੇ ਨੇ ਵੇਦ ਨਹੀਂ ਸੀ ਪੜ੍ਹ ਸਕਣੇ, ਇੱਥੇ ਕੇਵਲ ਕੁਰਾਨ, ਇੱਥੇ ਧਰਮ ਗ੍ਰੰਥ ਕੁਰਾਨ ਹੀ ਪੜ੍ਹਿਆ ਜਾ ਸਕਣਾ ਸੀ। ਇੱਥੇ ਕਿਸੇ ਦੇ ਜਨੇਊ ਨਹੀਂ ਸੀ ਪਾਇਆ ਮਿਲਣਾ। ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਕੀਤੀ। ਤਾਈਓ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਹਾਰਾਜ ਨੂੰ ਹਿੰਦ ਦੀ ਚਾਦਰ ਕਹਿੰਦੇ ਆ। ਐਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ 400 ਸਾਲਾ ਸ਼ਤਾਬਦੀ ਸਮੁੱਚਾ ਪੰਥ ਮਨਾ ਰਿਹਾ ਹੈ। ਕਥਾ ਦਾ ਆਪ ਸੰਗਤਾਂ ਨੂੰ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸੁਣਾਉਣੀ ਹੈ। ਦਾਸ ਦਾ ਸੰਗਤਾਂ ਦੀ ਅਸੀਸ ਲੈਣ ਲਈ ਕੁਝ ਬਚਨ ਆਪ ਸੰਗਤਾਂ ਦੇ ਚਰਨਾਂ ਵਿੱਚ ਰੱਖ ਰਹੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਪ੍ਰਗਟ ਹੋਣ ਦੇ ਲਈ ਕਿਸ ਧਰਤੀ ਨੂੰ ਚੁਣਿਆ, ਕਿਸ ਮਾਂ ਦੀ ਕੁੱਖ ਨੂੰ ਭਾਗ ਲਾਇਆ, ਕਿਸ ਪਿਤਾ ਦੇ ਘਰ ਦੇ ਵਿੱਚ ਪ੍ਰਗਟ ਹੋਏ। ਉਹ ਕਿਹੜੀ ਥਾਂ ਹੈ, ਕਿਹੜੀ ਭਾਗਾਂ ਵਾਲੀ ਕੋਲ ਹੈ। ਸਤਿਗੁਰੂ ਦਾ ਬਾਣੀ 'ਚ ਬਚਨ ਹੈ, ਸਾ ਧਰਤੀ ਭਈ ਹਰਿਆਵਲੇ ਜਿੱਥਾ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾ ਲਏ ਛਡਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ, ਜਿਸ ਧਰਤੀ ਨੂੰ ਸਤਿਗੁਰਾਂ ਦੇ ਮਹਾਨ ਵਰ ਪ੍ਰਾਪਤ ਹੈ, ਜਿਸ ਧਰਤੀ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਦੇ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਜਿਸ ਅਸਥਾਨ ਤੇ ਨਗਰ ਵਸਾਉਣ ਲਈ ਮੋਹੜੀ ਗੱਡੀ, ਉਹ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ। ਜਿਸ ਅਸਥਾਨ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਪਣੇ ਪਰਿਵਾਰ ਦੀ ਰਿਹਾਇਸ਼ ਰੱਖੀ, ਪਰਿਵਾਰ ਸਮੇਤ ਨਿਵਾਸ ਰੱਖਿਆ। ਉਹ ਅਸਥਾਨ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਨਿਵਾਸ ਰੱਖਿਆ, ਉਹ ਅਸਥਾਨ ਜਿੱਥੇ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰਾਂ ਨੇ ਪਰਿਵਾਰ ਸਮੇਤ ਨਿਵਾਸ ਰੱਖਿਆ। ਤਾਈਓ ਨਾਮ ਪਿਆ ਗੁਰਦੁਆਰਾ ਗੁਰੂ ਕੇ ਮਹਿਲ। ਸਾ ਧਰਤੀ ਭਈ ਹਰਿਆਵਲੀ, ਉਹ ਭਾਗਾਂ ਵਾਲੀ ਧਰਤੀ ਗੁਰੂ ਕੇ ਮਹਿਲ, ਜਿਸ ਧਰਤੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਅੰਮ੍ਰਿਤਸਰ ਆ ਕੇ ਇਸ਼ਨਾਨ ਕਰਦੀਆਂ, ਹਰਮੰਦਰ ਸਾਹਿਬ ਮੱਥਾ ਟੇਕਦੀਆਂ, ਉਥੇ ਪਰਿਕਰਮਾ ਚੋਂ ਬਾਹਰ ਨਿਕਲਦਿਆਂ ਸਾਰ ਥੋੜੀ ਦੂਰ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜਾ ਕੇ ਵੀ ਦਰਸ਼ਨ ਕਰਦੀ। ਉਹ ਧਰਤੀ ਤੇ ਪਿਤਾ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਧੰਨ ਮਾਤ ਨਾਨਕੀ ਜੀ ਦੀ ਕੁੱਖੋਂ ਸਤਿਗੁਰੂ ਜੀ ਨੇ ਗੁਰਸੰਗਤ ਜੀ ਅਵਤਾਰ ਧਾਰੇ ਆ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ, ਅੰਮ੍ਰਿਤ ਵੇਲੇ ਜਿਸ ਵੇਲੇ ਸਤਿਗੁਰੂ ਜੀ ਨੇ ਅਵਤਾਰ ਧਾਰਿਆ, ਉਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ। ਜਿਸ ਵੇਲੇ ਸਤਿਗੁਰਾਂ ਅਵਤਾਰ ਧਾਰਿਆ, ਗੁਰਸਿੱਖਾਂ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਤਿਗੁਰੂ ਮਹਾਰਾਜ ਕੋਲ ਬੇਨਤੀ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਸੁਣ ਕੇ ਆਸਾ ਕੀ ਵਾਰ ਦੇ ਭੋਗ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਮਨਾਈ ਹੈ। ਇਹ ਨਹੀਂ ਵੀ ਗੁਰਬਾਣੀ ਦਾ ਕੀਰਤਨ ਵਿਚਕਾਰ ਛੱਡ ਦਿੱਤਾ। ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਸਿੱਖ ਨੇ ਦੱਸਿਆ, ਮਹਾਰਾਜ ਵਧਾਈ ਹੋਵੇ, ਆਪ ਦੇ ਘਰ ਪੁੱਤਰ ਨੇ ਅਵਤਾਰ ਧਾਰਿਆ। ਤਾਂ ਸਤਿਗੁਰੂ ਮਹਾਰਾਜ ਨੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਸਤਿਗੁਰਾਂ ਨੂੰ ਵੇਖ ਕੇ ਗੋਦ ਵਿੱਚ ਲੈ ਕੇ ਨਾਮ ਤੇਗ ਬਹਾਦਰ ਉਸੇ ਵੇਲੇ ਰੱਖ ਦਿੱਤਾ ਸੀ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਪਨ ਤੋਂ ਹੀ ਬੈਰਾਗ ਦੀ ਮੂਰਤ ਨੇ। ਸਿੱਖ ਇਤਿਹਾਸਕਾਰ ਲਿਖਦੇ ਆ ਕਿ ਸਤਿਗੁਰੂ ਦਾ ਬਚਪਨ ਆਮ ਬਾਲਕਾਂ ਜੈਸਾ ਨਹੀਂ ਹੈ। ਸਤਿਗੁਰੂ ਬਚਪਨ ਦੇ ਵਿੱਚ ਚੌਂਕੜਾ ਲਾ ਲੈਂਦੇ ਆ, ਸਿਮਰਨ ਕਰਦੇ ਆ ਤੇ ਨਾਲ ਦੇ ਬਾਲਕਾਂ ਨੂੰ ਸਿਮਰਨ ਕਰਾਉਂਦੇ ਆ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਆਪਣੇ ਵੱਡੇ ਭਰਾਤਾ ਬਾਬਾ ਅਟਲ ਰਾਏ ਜੀ ਨੂੰ ਵੇਖਦੇ ਆ, ਉਹਨਾਂ ਨਾਲ ਖੇਡਦੇ ਆ, ਕਿਉਂਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਬੀਬੀ ਕੌਲਾਂ ਜੀ ਬਾਬਾ ਅਟਲ ਰਾਏ ਜੀ ਨੂੰ ਆਪਣਾ ਸੁਪੁੱਤਰ ਮੰਨਦੇ ਸਨ। ਜਿਸ ਵੇਲੇ ਬਾਬਾ ਅਟਲ ਰਾਏ ਜੀ ਸਤਿਗੁਰੂ ਦੇ ਭਾਣੇ ਵਿੱਚ ਸਰੀਰ ਛੱਡਦੇ ਆ ਤਾਂ ਮਾਤ ਕੌਲਾਂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਾਡ ਲਡਾਉਂਦੇ ਆ। ਮੈਂ ਸੂਖਮ ਬੇਨਤੀ ਕਰਾਂ ਕਿਉਂਕਿ ਗਿਆਨੀ ਜੀ ਨੇ ਆਪ ਸੰਗਤਾਂ ਨੂੰ ਸਾਰੀ ਕਥਾ ਸੁਣਾਉਣੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਮਾਤਾ ਨਾਨਕੀ ਜੀ ਬਹੁਤ ਬੰਦਗੀ ਦੀ ਮੂਰਤ, ਭਾਣੇ ਦੀ ਮੂਰਤ। ਜਿਸ ਵੇਲੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ੀ ਹੈ, ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਆ ਕਿ ਉਸ ਵੇਲੇ ਮਾਤ ਨਾਨਕੀ ਜੀ ਬੇਨਤੀ ਕਰਦੇ ਆ, ਸਤਿਗੁਰੂ ਮੇਰੇ ਸਾਹਿਬਜ਼ਾਦੇ ਤੇ ਵੀ ਕਿਰਪਾ ਕਰੋ, ਕਿਉਂਕਿ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਇਹ ਸੰਗਤਾਂ ਵਿੱਚ ਵਿਚਰਦੇ ਆ। ਮੁਖੀਏ ਸਿੱਖ ਜਿਹੜੇ ਮਸੰਦ ਸਿੱਖ ਨੇ ਉਹਨਾਂ ਨਾਲ ਮਿਲਦੇ ਆ, ਪਰ ਮੇਰਾ ਸੁਪੁੱਤਰ ਹਮੇਸ਼ਾ ਬੰਦਗੀ ਵਿੱਚ ਲੀਨ ਰਹਿੰਦਾ ਹੈ। ਇਹ ਕਿਸੇ ਸੰਗਤ ਨੂੰ ਨਹੀਂ ਮਿਲਦਾ। ਇਹ ਮੁਖੀਏ ਮਸੰਦ ਸਿੱਖਾਂ ਨਾਲ ਨਹੀਂ ਵਿਚਰਦਾ, ਮੇਰੇ ਸੁਪੁੱਤਰ ਦਾ ਕੀ ਗੁਜ਼ਾਰਾ ਹੋਵੇਗਾ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ, ਕਹਿੰਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 3 ਬਖਸ਼ਿਸ਼ਾਂ ਬਖਸ਼ੀਆਂ। ਆਪਣੇ ਕਰ ਕਮਲਾਂ ਦੀ ਰੁਮਾਲ ਬਖਸ਼ੀ। ਮਹਾਰਾਜ ਕਹਿਣ ਲੱਗੇ, ਨਾਨਕੇ ਆ ਸਾਡੇ ਕਰ ਕਮਲਾਂ ਦੀ ਰੁਮਾਲ ਮੇਰੇ ਪੁੱਤਰ ਨੂੰ ਦੇਵੇਂ। ਇੱਕ ਕਟਾਰ ਬਖਸ਼ੀ। ਇਤਿਹਾਸਕਾਰ ਜ਼ਿਕਰ ਕਰਦੇ ਆ ਕਿ ਉਹ ਕਟਾਰ ਸਤਿਗੁਰਾਂ ਨੇ ਕਿਹਾ, ਨਾਨਕੇ ਮੇਰੇ ਪੋਤਰੇ ਨੂੰ ਦੇਵੇਂ। ਇੱਕ ਗੁਰਬਾਣੀ ਦਾ ਗੁਟਕਾ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ, ਕੁਝ ਵਿਦਵਾਨ ਲਿਖਦੇ ਆ ਪੋਥੀ ਦਿੱਤੀ ਤੇ ਬਚਨ ਕੀਤਾ, ਇਹ ਮੇਰੀ ਪੋਥੀ, ਇਹ ਪੋਥੀ ਮੇਰੀ ਨੂੰਹ ਨੂੰ ਦੇਵੀਂ। ਵੇਖੋ ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਦੇ ਨਾਲ ਮਾਤਾ ਜੀ ਦਾ ਮਨ ਟਿਕਾਇਆ ਤੇ ਨਾਲ ਹੀ ਇਸ਼ਾਰੇ ਵਿੱਚ ਕਹਿ ਦਿੱਤਾ, ਜਿਸ ਪੁੱਤਰ ਲਈ ਤੁਸੀਂ ਫਿਕਰ ਕਰਦੇ ਹੋ ਉਹਦੀ ਸ਼ਾਦੀ ਵੀ ਹੋਵੇਗੀ, ਪੋਤਰਾ ਵੀ ਹੋਵੇਗਾ, ਸਭ ਕੁਝ ਹੋਵੇਗਾ। ਵਿਦਵਾਨ ਲਿਖਦੇ ਆ ਉਹ ਸਤਿਗੁਰੂ 6ਵੇਂ ਪਾਤਸ਼ਾਹ ਦੀ ਰੁਮਾਲ ਗੁਰੂ ਬਖਸ਼ਿਸ਼ ਨਾਲ, ਮਾਤ ਨਾਨਕੀ ਦੇ ਕਿਰਪਾ ਨਾਲ, ਅਸੀਸ ਨਾਲ, ਗੁਰੂ ਤੇਗ ਬਹਾਦਰ ਸਾਹਿਬ ਦੀ ਬੰਦਗੀ ਦੇ ਨਾਲ ਉਹ ਰੁਮਾਲ ਹਿੰਦ ਦੀ ਚਾਦਰ ਬਣ ਗਈ। ਸਤਿ ਸ੍ਰੀ ਅਕਾਲ। ਉਹ ਰੁਮਾਲ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼, ਜਿਨੇ ਹਿੰਦ ਦੀ ਪੱਤ ਰੱਖੀ, ਇੱਜ਼ਤ ਢਕੇ। ਡੁੱਬਦੀ ਹੋਈ ਹਿੰਦ ਨੂੰ ਸਤਿਗੁਰੂ ਮਹਾਰਾਜ ਨੇ ਮੋਢਾ ਦੇ ਕੇ ਬੇੜਾ ਬੰਨੇ ਲਾਇਆ। ਜੇ ਅੱਜ ਮੈਂ ਕਹਿਣਾ ਹਿੰਦੁਸਤਾਨ ਦੇ ਵਿੱਚ ਇਹ ਸਰਕਾਰਾਂ ਨੇ ਨਾ ਸ਼ੁਕਰੀਆਂ, ਅੱਜ ਸਮੁੱਚੀ ਸਿੱਖ ਕੌਮ ਭਾਵੇਂ ਕੁਝ ਦਿੱਲੀ ਬੈਠੀ ਹੈ, ਕੁਝ ਸ਼ਤਾਬਦੀਆਂ ਮਨਾਉਣ ਲਈ ਜਾਣਾ ਚਾਹੁੰਦੀ ਸੀ, ਉਹਨਾਂ ਨੂੰ ਰੋਕ ਰਹੀ ਹੈ। ਇਹਨਾਂ ਅਕਿਰਤ ਘਣਾ ਨੂੰ ਸੋਚਣਾ ਚਾਹੀਦਾ ਹੈ, ਇਹਨਾਂ ਨੂੰ ਇਹ ਸਾਰੇ ਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਦੇਣ ਨੇ। ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਬਖਸ਼ਿਸ਼ਾਂ ਨਾ ਕਰਦੇ, ਅੱਜ ਇਹਨਾਂ ਨੇ ਰਾਜ ਤਾਂ ਛੱਡੋ, ਅੱਜ ਗੁਰਸੰਗਤ ਜੀ ਜੰਮੂ ਕਸ਼ਮੀਰ ਦੇ ਮੁਸਲਮਾਨਾਂ ਵਾਂਗੂ ਬਾਂਗਾਂ ਦਿਆਂ ਕਰਨੀਆਂ ਸੀ। ਦੁਨੀਆ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ, ਭਾਰੇ ਭੋਈ ਅਕਿਰਤ ਘਾਣ ਮੰਦੀ ਹੂੰ ਮੰਦੇ। ਸਭ ਤੋਂ ਵੱਡਾ ਭਾਰ ਧਰਤੀ ਤੇ ਅਕਿਰਤ ਘਣਾ ਦਾ ਮੰਨਿਆ। ਜਿਸ ਵੇਲੇ ਧਰਤੀ ਨਾਲ ਵਾਰਤਾਲਾਪ ਹੁੰਦੀ ਦਰਸਾਈ ਆ ਭਾਈ ਗੁਰਦਾਸ ਜੀ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਸਾਇਰਾ ਨਦ ਵਾਹ ਬਹਾਂਦੇ। ਉਥੇ ਅਖੀਰ ਦੇ ਵਿੱਚ ਕਿਹਾ, ਭਾਰੇ ਭੋਈ ਅਕਿਰਤ ਘਾਣ ਮੰਦੀ ਹੂੰ ਮੰਦੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੀ ਬਖਸ਼ਿਸ਼ ਉਹ ਕਟਾਰ ਕਿਰਪਾਨ ਬਖਸ਼ੇ, ਉਹ ਇਤਿਹਾਸਕਾਰ ਲਿਖਦੇ ਆ ਸਤਿਗੁਰੂ ਦੀ ਬਖਸ਼ਿਸ਼ ਕਲੰਗੀਆਂ ਵਾਲੇ ਨੇ ਉਹ ਕਿਰਪਾਨ ਬਣ ਗਈ, ਉਹ ਕਿਰਪਾ ਦੇ ਘਰ ਬਣ ਗਈ, ਉਹ ਕਿਰਪਾਨ ਗਰੀਬਾਂ ਮਜਲੂਮਾਂ ਦੀ ਰਾਖੀ ਕਰਨ ਵਾਲੀ ਬਣ ਗਈ। ਉਹੋ ਹੀ ਕਿਰਪਾਨ ਦੀ ਬਖਸ਼ਿਸ਼ ਸੀ ਜਿਹੜੀ ਕੇਸਗੜ੍ਹ ਸਾਹਿਬ ਗਰੀਬਾਂ ਮਜਲੂਮਾਂ ਦੱਬਿਆਂ ਕੁਚਲਿਆਂ ਨੂੰ ਬਖਸ਼ਿਸ਼ ਕਰਨ ਲਈ, ਰਾਜ ਬਖਸ਼ਣ ਲਈ, ਅੰਮ੍ਰਿਤ ਦੀ ਦਾਤ ਬਖਸ਼ਣ ਲਈ ਸਤਿਗੁਰੂ ਨੇ ਮਿਆਨ ਵਿੱਚੋਂ ਕੱਢ ਕੇ ਕਿਹਾ ਸੀ, ਕੋਈ ਸਿੱਖ ਹੈ ਜਿਹੜਾ ਮੈਨੂੰ ਇੱਕ ਸੀਸ ਭੇਟ ਕਰੇ। ਉਹ ਸਤਿਗੁਰੂ ਛੇਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਬੋਲ ਰਹੀਆਂ ਸਨ। ਉਹੀ ਗੁਰਬਾਣੀ ਦੀ ਪੋਥੀ, ਬੰਦਗੀ ਦੀ ਮੂਰਤ, ਧੰਨ ਮਾਂ ਗੁਜਰੀ ਭਾਣੇ ਦੀ ਮੂਰਤ, ਜਿਹਨੇ ਪਤੀ ਦਾ ਸੀਸ ਵੇਖਿਆ, ਧੜ ਦਾ ਸੰਸਕਾਰ ਦਿੱਲੀ ਹੋਇਆ। ਹੈ ਕੋਈ ਔਰਤ ਸੰਸਾਰ ਦੇ ਵਿੱਚ ਜਿਸ ਦੇ ਪਤੀ ਦਾ ਸੰਸਕਾਰ ਧੜ ਦਾ ਜੁਦੇ ਹੋਵੇ ਤੇ ਸੀਸ ਦਾ ਜੁਦੇ ਹੋਵੇ? ਧੰਨ ਮਾਂ ਗੁਜਰੀ, ਉਹ ਬਾਣੀ ਦੀ ਕਲਾ ਸੀ, ਬਾਣੀ ਦੀ ਕਲਾ ਨਾਲ ਹੀ ਭਾਣੇ ਦੀ ਦਾਤ ਪ੍ਰਾਪਤ ਹੋਈ। ਧੰਨ ਮਾਤ ਗੁਜਰੀ, ਗੁਰਸੰਗਤ ਜੀ ਨੇ ਪਰਿਵਾਰ ਵਿਛੋੜਾ ਵੇਖਿਆ। ਧੰਨ ਮਾਂ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੇਖੀਆਂ। ਉਹ ਛੇਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਪੋਥੀ ਦੀ ਕਲਾ ਵਰਤ ਰਹੀ ਸੀ। ਮੈਂ ਸੂਖਮ ਬੇਨਤੀਆਂ ਕਰਦਾ ਜਾਵਾਂ, ਇੱਕ ਦੋ ਬੇਨਤੀਆਂ ਕਰਕੇ ਮੈਂ ਸਮਾਪਤੀ ਕਰਨੀ ਆ। ਜੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਨੇ ਮਾਤ ਨਾਨਕੀ ਦੀ ਬੇਨਤੀ ਤੇ ਦਾਤ ਮੰਗਣ ਤੇ ਕਿਰਪਾਨ ਬਖਸ਼ੀ ਹੈ ਤੇ ਗੁਰਬਾਣੀ ਦੀ ਪੋਥੀ ਬਖਸ਼ੀ ਹੈ, ਅੱਜ ਸਿੱਖੋ ਆਪਾਂ ਕਿਰਪਾਨ ਤੇ ਗੁਰਬਾਣੀ ਨੂੰ ਵਿਸਾਰੀਏ ਨਾ। ਜੇ ਮਾਤ ਨਾਨਕੀ ਨੇ ਬਖਸ਼ਿਸ਼ ਮੰਗੀ ਸੀ ਨਾ, ਤੇ ਮੇਰੀ ਪੀਰੇ ਦੇ ਮਾਲਕ ਪਰਉਪਕਾਰੀ ਸਤਿਗੁਰੂ ਨੇ ਕਿਰਪਾਨ ਤੇ ਗੁਰਬਾਣੀ ਦੀ ਪੋਥੀ ਦਿੱਤੀ। ਅੱਜ ਘਰਾਂ ਦੇ ਵਿੱਚੋਂ ਸਾਡੇ ਗਾਤਰਿਆਂ ਚੋਂ ਕਿਰਪਾਨਾਂ ਤੇ ਘਰਾਂ ਵਿੱਚੋਂ ਗੁਰਬਾਣੀ ਦੀਆਂ ਪੋਥੀਆਂ ਨਿਕਲਦੀਆਂ ਜਾ ਰਹੀਆਂ ਨੇ। ਜੇ ਘਰਾਂ ਵਿੱਚ ਹੈ ਤਾਂ ਸੱਚਖੰਡ ਬੈਠੇ ਵੇਖੀਦਾ, ਕਈ ਵਾਰ ਪਿੱਛੋਂ ਦੀ ਆ ਕੇ ਮਾਈਆਂ, ਪਤਾ ਨਹੀਂ ਕਿਸੇ ਸਿਆਣੇ ਨੇ ਕਿਹਾ ਹੁੰਦਾ ਜਾਂ ਕਿਸੇ ਨੇ ਕਿਹਾ ਹੁੰਦਾ, ਗੁਰਬਾਣੀ ਦੇ ਗੁਟਕੇ ਲਿਆ ਕੇ ਉੱਥੇ ਥੱਲੇ ਰੱਖ ਦੇਣਗੇ। ਪੁੱਛੀਦਾ ਭਾਈ ਇਹ ਗੁਟਕੇ ਕਿਉਂ, ਪੋਥੀਆਂ ਇੱਥੇ ਕਾਹਤੋਂ ਰੱਖੀਆਂ ਥੱਲੇ? ਕਹਿਣਗੇ ਜੀ ਸਾਨੂੰ ਕਿਸੇ ਨੇ ਕਿਹਾ ਸੀ ਭੇਟ ਕਰਨੇ ਆ। ਉਹਨਾਂ ਨੂੰ ਬੇਨਤੀ ਕਰੀਦੀ ਹੈ, ਭਾਈ ਗੁਰੂ ਘਰ ਤਾਂ ਗੁਟਕੇ ਪਹਿਲੋਂ ਹੀ ਨੇ, ਤੁਸੀਂ ਘਰਾਂ ਦੇ ਵਿੱਚ ਬਾਣੀ ਦਾ ਪਹਿਰਾ ਲਾਓ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਘਰਾਂ ਦੇ ਵਿੱਚ ਸ਼ਬਦ ਦਾ ਪਹਿਰਾ ਲਾਓ, ਸ਼ਬਦ ਦੀ ਚੌਂਕੀ ਘਰਾਂ ਦੇ ਵਿੱਚ ਲਾਓ। ਅੱਜ ਲੋੜ ਹੈ ਉਹ ਕਲੰਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਕਿਰਪਾਨ, ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ। ਮਹਾਰਾਜ ਕਹਿੰਦੇ ਜਿਹੜਾ ਸਿੱਖ ਕਿਰਪਾਨ ਪਹਿਨਦਾ ਉਹਦੇ ਕਰੋੜਾਂ ਪਾਪ ਮਿਟ ਜਾਂਦੇ ਆ। ਅੱਜ ਦਾ ਸਿੱਖ ਉੱਪਰੋਂ ਦੀ ਕਿਰਪਾਨ ਪਾਉਣ ਤੋਂ ਸ਼ਰਮਾਉਂਦਾ ਹੈ। ਕਿਰਪਾਨ ਪਵਾਈ ਕਿਉਂ ਸੀ? ਜਦੋਂ ਆਨੰਦਪੁਰ ਸਾਹਿਬ ਜਾਂਦੇ ਆ, ਉੱਥੇ ਅਸਥਾਨ ਸੀਸਗੰਜ ਸਾਹਿਬ ਦੇ ਸਾਹਮਣੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦਾ ਧੜ ਦਾ ਵਾਹਿਗੁਰੂ ਸੀਸ ਦਾ ਸੰਸਕਾਰ ਹੋਇਆ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸੋਹਲੇ ਦਾ ਪਾਠ ਕੀਤਾ ਹੈ। ਉੱਥੇ ਭਾਈ ਜੈਤਾ ਜੀ ਨੂੰ ਪੁੱਛਿਆ ਸੀ, ਭਾਈ ਜੈਤਾ ਜੀ ਦਿੱਲੀ ਵਿੱਚ ਪਿਤਾ ਸਤਿਗੁਰੂ ਦੀ ਜਦੋਂ ਸ਼ਹਾਦਤ ਹੋਈ, ਕੀ ਕੋਈ ਸਿੱਖ ਨਹੀਂ ਸੀ ਉੱਥੇ? ਤਾਂ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਨੇ ਕਿਹਾ, ਮਹਾਰਾਜ ਸਿੱਖਾਂ ਦੇ 2200 ਘਰ ਨੇ, ਉੱਥੇ 2200 ਦੇਹਲੀਆਂ ਨੇ। ਮਹਾਰਾਜ ਨੇ ਪੁੱਛਿਆ ਫਿਰ ਕੋਈ ਸਿੱਖ ਨੇ ਹਾਂ ਦਾ ਨਾਰਾ ਨਹੀਂ ਮਾਰਿਆ? ਕਹਿਣ ਲੱਗਿਆ, ਮਹਾਰਾਜ ਪਤਾ ਹੀ ਨਹੀਂ ਲੱਗਦਾ ਸੀ ਵੀ ਕਿਹੜਾ ਸਿੱਖ ਹੈ ਤੇ ਕਿਹੜਾ ਦੂਸਰਾ, ਸਭ ਇੱਕੋ ਜਿਹੇ ਨੇ। ਉੱਥੇ ਮਹਾਰਾਜ ਨੇ ਗਰਜਵੀਂ ਆਵਾਜ਼ 'ਚ ਕਿਹਾ ਸੀ, ਮੈਂ ਐਸਾ ਪੰਥ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਵੀ ਖੜਾ ਮੇਰਾ ਸਿੱਖ ਸਿੰਘ ਦੂਰੋਂ ਦਿਖਾਈ ਦੇਵੇਗਾ ਕਿ ਇਹ ਕਲੰਗੀਆਂ ਵਾਲੇ ਦਾ ਸਿੰਘ ਹੈ। ਅੱਜ ਆਪਾਂ ਉਹ ਸਤਿਗੁਰੂ ਕਲੰਗੀਆਂ ਵਾਲੇ ਦੇ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਨ ਜਾਂਦੇ ਆ। ਉੱਥੇ ਮਹਾਰਾਜ ਦੇ ਕੇਸਾਂ ਸਮੇਤ ਕੰਘੇ ਦੇ ਦਰਸ਼ਨ ਹੁੰਦੇ ਆ।
ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾਨ ਦੇ ਦਰਸ਼ਨ ਹੁੰਦੇ ਆ। ਸਿੱਖੋ, ਜੇ ਸਤਿਗੁਰੂ ਆਪ ਨਿਰੰਕਾਰ ਹੁੰਦੇ ਆ, ਪਰਿਵਾਰ ਸਮੇਤ ਅੰਮ੍ਰਿਤ ਛਕਦੇ ਆ। ਜਿਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਹੋਈ ਸੀ, 5 ਮਹਾਂਪੁਰਖਾਂ ਨੇ ਨੀਂਹ ਪੱਥਰ ਰੱਖਿਆ ਸੀ। ਸੰਤ ਜਵਾਲਾ ਸਿੰਘ ਜੀ ਮਹਾਂਪੁਰਖ ਹਰਖੋਵਾਲ ਵਾਲੇ, ਉਹਨਾਂ ਮਹਾਂਪੁਰਖਾਂ ਨੇ ਜਦੋਂ ਨੀਂਹ ਪੁੱਟੀ ਹੈ, ਉਹਦੇ ਵਿੱਚੋਂ ਤਾਂਬਰ ਪੱਤਰ ਨਿਕਲਿਆ ਸੀ। ਉਹਦੇ ਜ਼ਿਕਰ ਸੀ, ਲਿਖਿਆ ਹੋਇਆ ਸੀ ਕਿ ਕਲੰਗੀਆਂ ਵਾਲੇ ਨੇ ਪਰਿਵਾਰ ਸਮੇਤ ਇੱਥੇ ਅੰਮ੍ਰਿਤ ਛਕਿਆ। ਜੇ ਆਪ ਗੁਰੂ ਹੁੰਦਿਆਂ ਹੋਇਆਂ ਸਤਿਗੁਰੂ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ ਤੇ ਸਾਨੂੰ ਕਿਉਂ ਨਹੀਂ? ਅੱਜ ਇਹ ਸਮਾਗਮ ਕਰਵਾਏ, ਸ਼ਤਾਬਦੀਆਂ ਮਨਾਈਆਂ, ਤਾਦੀ ਸਫਲੀਆਂ। ਜਿਤਨੇ ਵੀ ਅੱਜ ਆਪਾਂ ਇੱਥੇ ਬੈਠੇ ਹਾਂ, ਜਿੱਥੋਂ ਤੱਕ ਆਵਾਜ਼ ਜਾਂਦੀ, ਅੱਜ ਪਰਨ ਕਰੀਏ, ਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੇਰੇ ਘਰ ਅਸੀਂ ਆਏ ਆ, ਕਿਰਪਾ ਕਰ, ਅਸੀਂ ਵੀ ਖੰਡੇ ਬਾਟੇ ਦੀ ਦਾਤ ਲੈਣੀ ਹੈ। ਸਤਿਗੁਰੂ ਤੋਂ ਅਰਦਾਸ ਕਰਕੇ ਅੰਮ੍ਰਿਤ ਛਕੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਗੁਰੇ ਪੁਣੇ ਦੀ ਜੂਠ ਲਾਈਏ। ਕਿਉਂਕਿ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਨਿਗੁਰੇ ਦਾ ਤਾਂ ਨਾਂ ਲੈਣਾ ਵੀ ਪਾਪ ਹੈ। ਨਿਗੁਰੇ ਪੁਣੇ ਦੀ ਜੂਠ ਲਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਵਿੱਚ ਸਵਾਰ ਹੋਈਏ। ਸਤਿਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਇਸ ਇਲਾਕੇ ਤੇ। ਕਿਉਂਕਿ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਦਾ ਇਤਿਹਾਸ ਪੜ੍ਹਦੇ ਆ, ਗਿਆਨੀ ਜੀ, ਗਿਆਨੀ ਸਤਪਾਲ ਸਿੰਘ ਜੀ ਮੁੱਖ ਕਥਾਵਾਚਕ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਹੁਣੇ ਸਟੇਜ ਤੋਂ ਆਪ ਸੰਗਤਾਂ ਨੂੰ ਦੱਸ ਰਹੇ ਸੀ ਕਿ ਸਤਿਗੁਰੂ ਜੀ ਨੇ ਮਾਲਵੇ ਦੇ ਵਿੱਚ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ। ਇੱਥੇ ਵੇਖ ਲਈਏ, ਹੰਡਿਆਏ ਨਗਰ ਦੇ ਵਿੱਚ 3 ਅਸਥਾਨ ਨੇ ਮਹਾਰਾਜ ਦੇ। ਸੋਹੀਆਣਾ ਸਾਹਿਬ ਚੌਥਾ ਸਥਾਨ, 5ਵਾਂ ਵੇਖੋ ਫਰਵਾਹੀ, 6ਵਾਂ ਨਾਲ ਹੀ ਧਨੌਲੇ। ਆ 3-4 ਪਿੰਡਾਂ ਦੇ ਵਿੱਚ ਹੀ ਗੁਰਸੰਗਤ ਜੀ 6 ਅਸਥਾਨ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ। ਕਿੱਡੀ ਬਖਸ਼ਿਸ਼ ਸਤਿਗੁਰੂ ਦੀ। ਜੇ ਸਤਿਗੁਰੂ ਦੇ ਅਸਥਾਨਾਂ ਤੇ ਇਹ ਬਖਸ਼ਿਸ਼ਾਂ ਵਰਤ ਰਹੀਆਂ ਨੇ ਤਾਂ ਇਹ ਤੋਂ ਆਪਾਂ ਲਾਹਾ ਲਈਏ। ਕਿਉਂਕਿ ਸਤਿਗੁਰੂ ਦੇ ਦਰ ਤੇ ਬੜੀ ਕਲਾ ਵਰਤਦੀ ਆ। ਮੈਂ ਇੱਕ ਛੋਟੀ ਜੀ ਬੇਨਤੀ ਕਰਕੇ ਸਮਾਪਤੀ ਕਰਨੀ ਆ, ਕਿਉਂਕਿ ਗਿਆਨੀ ਜੀ ਨੇ ਆਪ ਸੰਗਤਾਂ ਨੂੰ ਬੜੇ ਖੁੱਲੇ ਵਿਚਾਰ ਸਰਵਣ ਕਰਾਉਣੇ ਆ। ਮੈਂ ਗਿਆਨੀ ਜੀ ਦੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਇਲਾਕੇ ਦੇ ਵਿੱਚ ਬੜਾ ਮੁਸ਼ਕਲ ਨਾਲ ਸਮਾਂ ਮਿਲਦਾ ਹੈ, ਖੁੱਲਾ ਸਮਾਂ ਗਿਆਨੀ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਵਿਚਾਰਾਂ। ਮੈਂ ਬੇਨਤੀ ਕਰਨ ਲੱਗਿਆ ਸੀ, ਸਤਿਗੁਰੂ ਧੰਨ ਗੁਰੂ ਰਾਮਦਾਸ ਦੇ ਦਰਬਾਰ ਦੀ ਕਰਾਮਾਤ, ਗੁਰੂ ਰਾਮਦਾਸ ਦੇ ਦਰਬਾਰ ਦੀ ਬਖਸ਼ਿਸ਼। ਇੱਕ ਦਿਨ ਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੇਵਾ 'ਚ ਬੈਠਾ ਸੀ। ਸੇਵਾ 'ਚ ਬੈਠੇ ਆ, ਇੱਕ ਪ੍ਰੇਮੀ ਫਿਰੋਜ਼ਪੁਰ ਤੋਂ ਆਇਆ, ਵੈਸੇ ਕਲੀਨ ਸੇਵ ਸੀ, ਭਾਵਨਾ ਵੇਖਿਓ ਤੁਸੀਂ। ਉਹ ਪ੍ਰੇਮੀ ਨੇ ਆ ਕੇ ਪਿੱਛੋਂ ਕਿਹਾ, ਕਹਿਣ ਲੱਗਿਆ, ਭਾਈ ਸਾਹਿਬ ਜੀ, ਸਿੰਘ ਸਾਹਿਬ ਜੀ, ਜਿਹੜੀ ਸਤਿਗੁਰੂ ਦੇ ਪੀੜੇ ਥੱਲੇ ਰੁਮਾਲ ਹੈ, ਇਹ ਰੁਮਾਲ ਕਿਰਪਾ ਕਰਕੇ ਦਿਓ। ਮੈਂ ਬੇਨਤੀ ਕਰਾਂ, ਉੱਥੇ ਜਿਹੜੇ ਤੌਲੀਏ ਸੇਵਾ 'ਚ ਲੱਗਦੇ ਆ ਜਾਂ ਰੁਮਾਲ ਸੇਵਾ 'ਚ ਲੱਗਦੀ ਹੈ, ਉਹ ਦਿਨ ਵਿੱਚ ਕਈ ਵਾਰ ਮਾਈਆਂ ਸ਼ਹਿਰ ਦੀਆਂ ਆਉਂਦੀਆਂ ਜਾਂ ਨਗਰਾਂ ਦੀਆਂ ਸੰਗਤਾਂ ਆਉਂਦੀਆਂ ਪੱਕੀਆਂ, ਉਹ ਤੌਲੀਏ ਆਪਣੇ ਕੋਲੋਂ ਧੋਤੇ ਹੋਏ ਲੈ ਆਉਂਦੇ ਆ ਸੁੱਚੇ, ਤੇ ਉਹ ਧੋਣ ਵਾਲੇ ਸੇਵਾ ਵਾਲੇ ਲੈ ਜਾਂਦੇ ਆ। ਉਹ ਕੁਦਰਤੀ ਜਦੋਂ ਪ੍ਰੇਮੀ ਨੇ ਆ ਕੇ ਉਹ ਸੇਵਾ ਮੰਗੀ, ਉਦੋਂ 5 ਮਿੰਟ ਪਹਿਲਾਂ ਹੀ ਇੱਕ ਪ੍ਰੇਮੀ ਬਦਲ ਕੇ ਲੈ ਕੇ ਗਿਆ ਸੀ। ਤੇ ਮੈਂ ਉਹਨੂੰ ਬੜੇ ਪ੍ਰੇਮ ਨਾਲ ਬੇਨਤੀ ਕੀਤੀ। ਉਹਨੂੰ ਅਸੀਂ ਭੰਡਾਰੀ ਕਹਿੰਦੇ ਆ ਸਾਰੇ। ਫਿਰੋਜ਼ਪੁਰ ਦੇ ਇਲਾਕੇ 'ਚੋਂ ਕਈ ਬੱਸਾਂ ਸੰਗਤ ਦੀਆਂ ਹਰ ਐਤਵਾਰ ਲੈ ਕੇ ਆਉਂਦਾ, ਹਰ ਐਤਵਾਰ ਬਿਨਾਂ ਨਾਗੇ। ਜਿੰਨੇ ਦਰਬਾਰ ਸਾਹਿਬ ਸਿੰਘ ਸੇਵਾ ਕਰਦੇ ਆ, ਅਕਾਲ ਤਖਤ ਸਾਹਿਬ ਸਿੰਘ ਸੇਵਾ ਕਰਦੇ ਆ, ਉਹਨਾਂ ਸਾਰਿਆਂ ਦਾ ਪ੍ਰਸ਼ਾਦਾ ਬਣਾ ਕੇ ਲਿਆਉਂਦਾ, ਸਾਰਿਆਂ ਨੂੰ ਛਕਾਉਂਦੇ ਆ। ਮੈਂ ਕਿਹਾ, ਭੰਡਾਰੇ ਹੁਣੇ ਕਮਾਈ ਸੇਵਾ ਲੈ ਕੇ ਗਈ ਹੈ, ਹਜੇ ਤਾਂ ਇਹ ਰੁਮਾਲ ਸੇਵਾ 'ਚ ਲੱਗੀ ਵੀ ਨਹੀਂ। ਉਹਦੇ ਅੱਖਾਂ 'ਚ ਅੱਥਰੂ ਆ ਗਏ। ਮੈਂ ਕਿਹਾ, ਵਿਰਾਗ ਨਾ ਕਰ ਭੰਡਾਰੀ, ਕੋਈ ਗੱਲ ਨਹੀਂ, ਲੈ ਜਾ ਜੇ ਤੂੰ ਲੈ ਕੇ ਜਾਣੀ ਹੈ। ਕਹਿਣ ਲੱਗਿਆ, ਸਿੰਘ ਸਾਹਿਬ ਜੀ, ਇਹ ਤੋਂ ਰੁਮਾਲ ਤੋਂ ਬੜੀ ਬਖਸ਼ਿਸ਼ ਹੋਈ। ਮੈਂ ਕਿਹਾ, ਦੱਸ ਕੀ ਬਖਸ਼ਿਸ਼ ਹੋਈ? ਉਹਨੇ ਦੱਸਿਆ, ਕਹਿੰਦਾ, ਮੇਰੇ ਘਰ ਇੱਕ ਪੁੱਤਰ ਹੋਇਆ, ਉਹ ਪੁੱਤਰ ਨਾ ਹਿਲਦਾ, ਨਾ ਵੇਖਦਾ, ਨਾ ਸੁਣਦਾ ਸੀ, ਨਾ ਖਾਂਦਾ, ਨਾ ਪੀਂਦਾ, ਨਾ ਉੱਠਦਾ, ਕੁਝ ਵੀ, ਕੋਈ ਹਰਕਤ ਨਹੀਂ ਸੀ, ਕੇਵਲ ਸਵਾਸ ਚੱਲਦੇ ਸੀ।
ਇੱਥੇ ਕਹਿੰਦਾ ਮੈਂ ਹਾਜ਼ਰੀ ਭਰਦਾ ਸੀ ਦਰਬਾਰ ਸਾਹਿਬ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਇੱਥੋਂ ਸਰੋਵਰ ਦਾ ਜਲ ਲੈ ਕੇ ਜਾ, ਇਹ ਛਕਾਇਆ ਕਰ। ਤੇ ਕਿਸੇ ਸੇਵਾ ਵਿੱਚ ਕਰਨ ਵਾਲੇ ਪ੍ਰੇਮੀ ਨੇ ਕਹਿ ਦਿੱਤਾ ਵੀ ਸਤਿਗੁਰੂ ਦੇ ਦਰ ਤੋਂ ਤੌਲੀਆ ਸੇਵਾ ਵਾਲਾ ਲੈ ਜਾਇਆ ਕਰ, ਜਿਹੜਾ ਅੰਦਰ ਜੰਗਲੇ ਦੇ ਅੰਦਰ ਤੌਲੀਆ ਲੱਗਦਾ ਹੈ। ਵੇਖੋ ਸਰੋਵਰ ਦੀ ਕਿੱਡੀ ਬਖਸ਼ਿਸ਼ ਹੋਣੀ ਹੈ, ਉਹ ਦਰ ਦੀਆਂ ਕਿੱਡੀਆਂ ਬਖਸ਼ਿਸ਼ਾਂ ਹੋਣੀਆਂ। ਉਹ ਮਹਾਰਾਜ ਦੇ ਦਰ ਤੇ ਕੁਝ ਸਮਾਂ ਹੀ ਸੇਵਾ 'ਚ ਲੱਗਣ ਵਾਲਾ, ਕੁਝ ਮਿੰਟ ਸੇਵਾ 'ਚ ਲੱਗਣ ਵਾਲਾ ਤੌਲੀਆ ਤੇ ਰੁਮਾਲ ਦੀ ਕਿੱਡੀ ਬਖਸ਼ਿਸ਼, ਕਿਉਂਕਿ ਗੁਰੂ ਰਾਮਦਾਸ ਦੇ ਚਰਨਾਂ ਨੂੰ ਛੂਹੰਦਾ ਹੈ। ਉਹ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ। ਉਹ ਰੁਮਾਲ ਕਹਿੰਦਾ ਮੈਂ ਇੱਥੋਂ ਲੈ ਜਾਣਾ ਤੇ ਤੌਲੀਆ ਲੈ ਜਾਣਾ, ਸੁੱਚੇ ਜਲ ਦੇ ਵਿੱਚ ਕਹਿੰਦਾ ਇਹਦਾ ਇਸ਼ਨਾਨ ਕਰਾ ਕੇ, ਉਹ ਜਿਹੜਾ ਜਲ ਹੁੰਦਾ ਉਹਦੇ ਨਾਲ ਬੱਚੇ ਦਾ ਇਸ਼ਨਾਨ ਵੀ ਕਰਾਉਣਾ ਤੇ ਉਹਦੇ ਮੁਖ ਵਿੱਚ ਵੀ ਪਾਉਣਾ। ਅੱਜ ਹੋਰ ਕੱਲ ਹੋਰ ਕਹਿਣ ਲੱਗਿਆ, ਕਹਿੰਦਾ ਉਹ ਬੱਚਾ ਅੱਜ ਬਿਲਕੁਲ ਠੀਕ ਹੋ ਗਿਆ, ਆਪ ਉੱਠਦਾ ਤੁਰਿਆ ਫਿਰਦਾ ਹੈ, ਵੇਖਦਾ ਸੁਣਦਾ ਹੈ, ਆਪ ਭੋਜਨ ਛਕਦਾ, ਸਭ ਕੁਝ ਕਰਦਾ ਹੈ। ਮੈਂ ਜਾਣ ਕੇ ਕਿਹਾ, ਮੈਂ ਕਿਹਾ ਫਿਰ ਹੁਣ ਰੁਮਾਲ ਤਾਂ ਕੀ ਕਰਨੀ ਆ? ਕਹਿੰਦਾ ਸਿੰਘ ਸਾਹਿਬ ਜੀ ਬਸ ਹੁਣ ਕੱਲੀ ਚੌਂਕੜੀ ਨਹੀਂ ਵੱਜਦੀ, ਕੱਲੀ ਚੌਂਕੜੀ ਵੱਜਣੀ ਰਹਿ ਗਈ। ਕਹਿੰਦਾ ਇਹ ਦਰਬਾਰ ਦੇ ਵਿੱਚੋਂ ਕਹਿੰਦਾ ਗੁਰੂ ਰਾਮਦਾਸ ਨੇ ਆਪਣੇ ਕਰ ਕਮਲਾਂ ਦੀ ਮੈਨੂੰ ਰੁਮਾਲ ਬਖਸ਼ਦੇ ਨੇ, ਜਿਹੜੀ ਰੁਮਾਲ ਸਤਿਗੁਰੂ ਦੇ ਪੀੜੇ ਤੇ ਫੇਰੀ ਜਾਂਦੀ। ਉਹ ਗੁਰੂ ਰਾਮਦਾਸ ਦੇ ਦਰ ਤੇ ਇਹ ਸ਼ਤਾਬਦੀ ਮਨਾਈ ਜਾਣੀ ਹੈ। ਗੁਰਦੁਆਰਾ ਗੁਰੂ ਕੇ ਮਹਿਲ ਜਿੰਨੇ ਵੀ ਤੁਸੀਂ ਪ੍ਰੇਮੀ ਬੈਠੇ ਹੋ, ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਭੌਰੇ ਬੈਠੇ ਹੋ ਸਾਰੇ, ਮੈਂ ਸਾਰਿਆਂ ਦੇ ਚਰਨਾਂ 'ਚ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਨ ਆਇਆ ਕਿ ਤੁਸੀਂ ਸਾਰੀ ਸੰਗਤ ਨੇ ਪਰਿਵਾਰਾਂ ਸਮੇਤ, ਰਿਸ਼ਤੇਦਾਰਾਂ ਸਮੇਤ, ਵੱਧ ਤੋਂ ਵੱਧ ਸੰਗਤਾਂ ਦੇ ਸਮੇਤ ਇਹ ਸ਼ਤਾਬਦੀਆਂ ਦੇ ਵਿੱਚ ਉਹ ਗੁਰੂ ਗੁਰਦੁਆਰਾ ਗੁਰੂ ਕੇ ਮਹਿਲ ਅਸਥਾਨ ਦੇ ਦਰਸ਼ਨ ਕਰਨੇ ਆ। ਜਿੱਥੇ ਦਰਸ਼ਨ ਕਰਨੇ ਆ ਉੱਥੇ ਕਈ ਵਾਰ ਅਸੀਂ ਜਾਂਦੇ ਆ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਮੁੜੇ ਆਉਣੇ ਆ, ਸਰੋਵਰ 'ਚ ਇਸ਼ਨਾਨ ਨਹੀਂ ਕਰਦੇ। ਸੰਗਤ ਜੀ ਪੰਜੇ ਸਰੋਵਰਾਂ ਦੇ ਇਸ਼ਨਾਨ ਜੀਵਨ ਵਿੱਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਸਾਰਿਆਂ ਨੇ ਕਰਨੇ ਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਆ ਪਰਸੋਂ ਦੀ ਗੱਲ ਹੈ, ਰਾਜਸਥਾਨ ਤੋਂ ਸੰਗਤ ਤੋਂ ਆਈ ਹੋਈ ਸੀ, ਦਾਸ ਦੇ ਕੁਆਟਰ ਦੇ ਵਿੱਚ ਹੀ ਠਹਿਰੇ ਸੀ। ਉਹ ਪ੍ਰੇਮੀਆਂ ਨੂੰ ਮੈਂ ਬੇਨਤੀ ਕੀਤੀ, ਕਹਿੰਦੇ ਅਸੀਂ ਇਸ਼ਨਾਨ ਕਰਨਾ। ਮੈਂ ਕਿਹਾ ਪੰਜਾਂ ਦੇ ਕਰੋ ਇਸ਼ਨਾਨ, ਪੰਜਾਂ ਸਰੋਵਰਾਂ ਦੇ। ਉਹਨਾਂ ਨੇ 2 ਵਜੇ ਸਵੇਰੇ ਸ਼ੁਰੂ ਕੀਤੇ ਇਸ਼ਨਾਨ ਤੇ 5 ਵਜੇ ਤੱਕ ਉਹਨਾਂ ਦੇ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਕੇ ਅੰਦਰ ਮੱਥਾ ਟੇਕਣ ਲਈ ਲਾਈਨ ਵਿੱਚ ਲੱਗ ਗਏ ਸੀ। ਸੋ ਪਰਿਵਾਰਾਂ ਸਮੇਤ ਸਾਰੀ ਸੰਗਤ ਨੇ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਨੇ, ਬੇਨਤੀ ਪ੍ਰਵਾਨ ਕਰਨੀ, ਸ਼ਤਾਬਦੀਆਂ ਦੇ ਵਿੱਚ ਵੱਧ ਤੋਂ ਵੱਧ ਜਾ ਕੇ ਦਰਸ਼ਨ ਪਰਸ਼ਨ ਕਰਨੇ। ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਦੇ ਰੁਝੇਵੇਂ ਬੜੇ ਨੇ ਪਰ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆ ਇੱਥੇ ਪੁੱਜੇ ਨੇ। ਆਪਾਂ ਉਹਨਾਂ ਦੀ ਵਿਚਾਰ ਸਰਵਣ ਕਰਨੀ ਆ। ਦਾਸ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਕਰਦਾ, ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਉੱਥੇ ਨਾਲ ਨਾਲ ਇਸ ਇਲਾਕੇ ਦੀ ਬਹੁਤ ਸਤਿਕਾਰਤ ਸ਼ਖਸੀਅਤ ਜਥੇਦਾਰ ਪਰਮਜੀਤ ਸਿੰਘ ਜੀ ਖਾਲਸਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਨਾਲ ਨਾਲ ਸਾਡੇ ਬਹੁਤ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ, ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਆਏ ਹੋਏ ਨੇ। ਉੱਥੇ ਨਾਲ ਨਾਲ ਜਥੇਦਾਰ ਜਰਨੈਲ ਸਿੰਘ ਜੀ ਭੋਤਨਾ, ਮੈਂਬਰ ਸ਼੍ਰੋਮਣੀ ਕਮੇਟੀ, ਇਹ ਸਾਰਿਆਂ ਨੇ, ਮੈਨੇਜਰ ਸਰਦਾਰ ਅਮਨਦੀਪ ਸਿੰਘ ਜੀ ਨੇ, ਸਾਰਿਆਂ ਨੇ ਰਲ ਮਿਲ ਕਰਕੇ ਇਹ ਸਮਾਗਮ ਉਲੀਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ। ਇਤਨੀਆਂ ਕੁ ਬੇਨਤੀਆਂ ਆਪ ਸੰਗਤਾਂ ਨੇ ਪ੍ਰਵਾਨ ਕਰਦੇ ਆ। ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਅਸੀਸ ਬਖਸ਼ੋ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।